ਸੂਰਠ ਮਹਿਲਾ ਪਹਿਲਾ। ਪੰਚ ਪਦੇ ਆਪਣਾ ਘਰ ਮੂਸਤ ਰਾਖ ਨਾ ਸਕਹਿ। ਕੀ ਪਰ ਘਰ ਜੋਹਨ ਲਾਗਾ। ਘਰ ਦਰ ਰਾਖਹਿ ਜੇ ਰਸ ਚਾਖਹਿ। ਜੋ ਗੁਰਮੁਖ ਸੇਵਕ ਲਾਗਾ। ਆਪਣਾ ਘਰ ਮੂਸਤ ਰਾਖ ਨਾ ਸਕਹਿ। ਕੀ ਪਰ ਘਰ ਜੋਹਨ ਲਾਗਾ। ਘਰ ਦਰ ਰਾਖਹਿ ਜੇ ਰਸ ਚਾਖਹਿ। ਜੋ ਗੁਰਮੁਖ ਸੇਵਕ ਲਾਗਾ। ਮਨ ਰੇ ਸਮਝ ਕਵਨ ਮਤ ਲਾਗਾ। ਨਾਮ ਵਿਸਾਰ ਅਨਰਸ ਲੁਭਾਨੇ। ਫਿਰ ਪਛਤਾਹੇ ਅਭਾਗਾ। ਰਹਾਉ ਆਵਤ ਕਉ ਹਰਖ ਜਾਤ ਕਉ ਰੋਵਹਿ। ਇਹ ਦੁਖ ਸੁਖ ਨਾਲੇ ਲਾਗਾ। ਆਪੇ ਦੁਖ ਸੁਖ ਭੋਗ ਭੁਗਾਵੈ। ਗੁਰਮੁਖ ਸੋ ਅਨਰਾਗਾ। ਹਰ ਰਸ ਉਪਰ ਅਵਰ ਕਿਆ ਕਹੀਐ। ਜਿਨ ਪੀਆ ਸੋ ਤ੍ਰਿਪਤਾਗਾ। ਮਾਇਆ ਮੋਹਤ ਮਾਇਆ ਮੋਹ ਮੋਹਤ ਜਿਨ ਇਹ ਰਸ ਖੋਇਆ। ਜਾਂ ਸਾਕਤ ਦੁਰਮਤ ਲਾਗਾ। ਮਨ ਕਾ ਜਿਉ ਪਵਨ ਪਤ ਦੇਹੀ। ਦੇਹੀ ਮਹਿ ਦੇਉ ਸਮਾਗਾ। ਜੇ ਤੂੰ ਦੇਹ ਤਾਂ ਹਰ ਰਸ ਗਾਈ। ਮਨ ਤ੍ਰਿਪਤੈ ਹਰ ਲਿਵ ਲਾਗਾ। ਸਾਧ ਸੰਗਤ ਮਹਿ ਹਰ ਰਸ ਪਾਈਐ। ਗੁਰ ਮਿਲਿਐ ਜਮ ਭਉ ਭਾਗਾ। ਨਾਨਕ RAM ਨਾਮ ਜਪ ਗੁਰਮੁਖ। ਹਰ ਪਾਏ ਮਸਤਕ ਭਾਗਾ। ਸਾਧ ਸੰਗਤ ਮਹਿ ਹਰ ਰਸ ਪਾਈਐ। ਗੁਰ ਮਿਲਿਐ ਜਮ ਭਉ ਭਾਗਾ। ਨਾਨਕ RAM ਨਾਮ ਜਪ ਗੁਰਮੁਖ। ਹਰ ਪਾਏ ਮਸਤਕ ਭਾਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚਿੱਤ ਹੋਏ ਜੁੜ ਮਿਲ ਬੈਠੇ ਹੋ। ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਣੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ 'ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼।
ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਕਟ ਕਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ, ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਸੰਪੂਰਨ ਰਹਿਣ ਆਪਣੇ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਈ ਹੈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ੇ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਅੰਮ੍ਰਿਤ ਵੇਲੇ ਸਾਹਿਬ ਦੀਆਂ ਬਖਸ਼ਿਸ਼ਾਂ ਦਾ ਦਰ ਖੁੱਲ੍ਹਦਾ ਹੈ ਤੇ ਸਾਨੂੰ ਫਿਰ ਉਪਦੇਸ਼ ਦ੍ਰਿੜ ਕਰਾਇਆ ਜਾਂਦਾ ਹੈ ਕਿ ਪਿਆਰਿਓ, ਗੁਰੂ ਕੀ ਸ਼ਰਨ ਵਿੱਚ, ਗੁਰੂ ਕੇ ਚਰਨਾਂ ਵਿੱਚ, ਗੁਰੂ ਕੇ ਦਰਬਾਰ 'ਚ ਅਗਰ ਟਿਕੇ ਰਹੋਗੇ ਤਾਂ ਬਹੁਤ ਕੁਝ ਮਿਲੇਗਾ। ਗੁਰੂ ਸੰਗ ਸਹਾਈ ਹੈ, ਜਿੱਥੇ ਜਾਵਾਂਗੇ ਸਾਡੇ ਨਾਲ ਹੈ, ਅਤੇ ਜੋ ਸ਼ਰਨ ਆ ਜਾਂਦੇ ਨੇ ਉਹਨਾਂ ਨੂੰ ਸਦਾ ਦਾ ਸੁੱਖ ਪ੍ਰਾਪਤ ਹੁੰਦਾ ਹੈ। ਰਾਗ ਸੋਰਠ ਦੇ ਪਾਵਨ ਬਚਨਾਂ ਨੂੰ ਬਾਰ-ਬਾਰ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ ਅਤੇ ਸਮਝਣ ਦਾ ਯਤਨ ਕਰਦੇ ਹਾਂ। ਅੱਜ ਉਹੀ ਕੁਝ ਗੱਲਾਂ ਗਹਿਰੇ ਤੌਰ 'ਤੇ ਮਹਾਰਾਜ ਨੇ ਸਾਡੇ ਨਾਲ ਇਸ ਪਾਵਨ ਬਚਨ ਦੇ ਰਾਹੀਂ ਸਾਂਝੀਆਂ ਕੀਤੀਆਂ ਨੇ। ਇਹਦੇ ਨਾਲ ਹੀ ਨਾਲ ਇੱਕ ਹੋਰ ਬੇਨਤੀ ਕਰਦੇ ਹਾਂ ਕਿ ਅੱਜ 7ਵੇਂ ਪਾਤਸ਼ਾਹ ਸਾਹਿਬ ਸਤਿਗੁਰੂ ਹਰ ਰਾਏ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਗੁਰੂ ਹਰਿਰਾਏ ਸਾਹਿਬ ਜੀ ਦੇ ਦਰਸ਼ਨ ਅਸਾਂ ਸ਼ਬਦ ਦੇ ਸਦਕੇ ਕਰਨੇ ਨੇ, ਕਿਉਂਕਿ ਗੁਰੂ ਕੇ ਦਰਸ਼ਨ ਸ਼ਬਦ ਦੇ ਸਦਕੇ ਹੀ ਹੁੰਦੇ ਨੇ। ਹਾਂ, ਗੁਰੂ ਕੇ ਜੋ ਇਤਿਹਾਸ ਦੀਆਂ ਗਾਥਾਵਾਂ ਨੇ ਉਹਨਾਂ ਨੂੰ ਅਸੀਂ ਅਲੱਗ-ਅਲੱਗ ਤਰੀਕੇ ਦੇ ਨਾਲ ਅਲੱਗ-ਅਲੱਗ ਸਮਿਆਂ ਦੇ ਵਿੱਚ ਬੈਠ ਕੇ ਪੜ੍ਹਦੇ ਅਤੇ ਸੁਣਦੇ ਅਤੇ ਵਾਚਦੇ ਹਾਂ, ਪਰ ਮਤਲਬ ਉਹਨਾਂ ਦਾ ਵੀ ਇਹੀ ਕਿ ਸਾਡੇ ਹਿਰਦਿਆਂ 'ਚ ਗੁਰੂ ਦੇ ਪ੍ਰਤੀ ਇੱਕ ਭਾਵ ਟਿਕ ਜਾਏ ਅਤੇ ਨਾਲ ਹੀ ਨਾਲ ਸਾਨੂੰ ਸਮਾਜਿਕ ਤੌਰ 'ਤੇ ਅੱਜ ਜੋ ਜੀਵਨ ਅਸੀਂ ਜੀ ਰਹੇ ਹਾਂ, ਇਸ ਜੀਵਨ ਨੂੰ ਜੀਵਨ ਦੀ ਸੇਧ ਮਿਲ ਜਾਏ ਕਿ ਭਾਈ ਇਹੋ ਜਿਹਾ ਸਮਾਂ ਕਿਤੇ ਸਾਡੇ ਨਾਲ ਬਣੇ ਤੇ ਕੀ ਕਰਨਾ ਹੈ। ਅਸੀਂ ਆਪਣੇ ਸਮਾਜਿਕ ਪਰਿਵਾਰਕ ਜੀਵਨ ਦੀ ਬਣਤਰ ਜੇ ਸਾਨੂੰ ਕਿਤੇ ਐਸਾ ਵਕਤ ਲੱਗੇ ਕਿ ਅਸੀਂ ਮੇਨਟੇਨ ਕਰਨਾ ਹੈ ਤੇ ਕੀ ਕਰੀਏ, ਕਿਉਂਕਿ ਹਰ ਇੱਕ ਜੀਅ ਨੇ ਆਪਣੇ ਸਿਲਸਿਲੇ ਨੂੰ ਮੇਨਟੇਨ ਤੇ ਕਰਨਾ ਹੈ ਨਾ, ਭਾਵੇਂ ਸਾਡਾ ਪੱਧਰ ਛੋਟਾ ਹੈ ਤੇ ਭਾਵੇਂ ਪੱਧਰ ਵੱਡਾ ਹੈ। ਸੂਤਰਾਤਮਕ ਪੱਖ ਇੱਕੋ ਹੀ ਹੁੰਦਾ ਹੈ। ਇੱਕ ਛੋਟੇ ਜਿਹੇ ਪਰਿਵਾਰ ਤੋਂ ਲੈ ਕੇ ਇੱਕ ਬਹੁਤ ਵੱਡੇ ਰਾਜ ਪੱਧਰ ਤੱਕ ਦੀਆਂ ਕੁਝ ਗੱਲਾਂ ਬਿਲਕੁਲ ਇੱਕ ਸਮਾਨ ਹੁੰਦੀਆਂ ਨੇ। ਜੇ ਇੱਕ ਪਰਿਵਾਰ ਦੇ ਜੀਵ ਇੱਕ ਦੂਜੇ ਦੇ ਨਾਲ ਸਹਿਯੋਗ ਕਰਦੇ ਨੇ ਤੇ ਉਹ ਆਪਣੇ ਥਾਂ 'ਤੇ ਕਾਮਯਾਬ ਨੇ। ਇਸੇ ਤਰ੍ਹਾਂ ਬਹੁਤ ਵੱਡੇ ਰਾਜ ਪੱਧਰ 'ਤੇ ਵੀ ਜੇ ਲੋਕ, ਜੇ ਸਾਰੇ ਅਹੁਦੇਦਾਰ, ਸਾਰੇ ਮੰਤਰੀ ਇੱਕ ਦੂਜੇ ਨਾਲ ਸਹਿਯੋਗ ਕਰਦੇ ਨੇ ਤੇ ਉਹ ਆਪਣੇ ਪੱਧਰ 'ਤੇ ਕਾਮਯਾਬ ਨੇ। ਇਹ ਤਾਂ ਸਾਡਾ ਸਮਾਜਿਕ ਪੱਖ ਹੈ। ਪਰ ਜਿਹਨੂੰ ਅਸੀਂ ਧਾਰਮਿਕ ਪੱਖ ਕਹਿੰਦੇ ਹਾਂ, ਉੱਥੇ ਹਰ ਇੱਕ ਜੀਅ ਨੇ ਜਿੱਥੇ ਇੱਕ ਦੂਜੇ ਦਾ ਸਹਿਯੋਗ ਕਰਨਾ ਹੁੰਦਾ ਹੈ, ਉੱਥੇ ਆਪਣੇ ਆਪ ਨੂੰ ਵੱਧ ਤੋਂ ਵੱਧ ਨਿਰਮਲ ਕਰਨਾ ਹੁੰਦਾ ਹੈ। ਸ਼ਾਇਦ ਇੱਥੇ ਕੰਪੀਟੀਸ਼ਨ ਦੋਵਾਂ ਥਾਵਾਂ 'ਤੇ ਹੀ ਹੈ। ਰਾਜਨੀਤੀ ਵਿੱਚ, ਸਮਾਜਿਕ ਧਾਰਾ ਦੇ ਵਿੱਚ ਜੋ ਕੰਪੀਟੀਸ਼ਨਸ, ਜੋ ਮੁਕਾਬਲੇਬਾਜ਼ੀ ਹੈ, ਉਹ ਬਾਹਰੋਂ ਹੈ ਕਿ ਦੇਖ ਤੇਰੇ ਤੋਂ ਵੱਧ ਗਿਆਨ ਮੇਰੇ ਕੋਲ, ਤੇਰੇ ਤੋਂ ਵੱਧ ਡਿਗਰੀ ਮੇਰੇ ਕੋਲ, ਤੇਰੇ ਤੋਂ ਵੱਧ ਜ਼ਮੀਨ ਮੇਰੇ ਕੋਲ, ਤੇਰੇ ਤੋਂ ਵੱਡਾ ਰਾਜ ਮੇਰੇ ਕੋਲ, ਧਨ ਮੇਰੇ ਕੋਲ। ਇਹ ਸਭ ਸਮਾਜ ਵਿੱਚ ਚੱਲਦਾ ਹੈ ਨਾ, ਸਦੀਆਂ ਤੋਂ ਚੱਲਦਾ ਆਇਆ। ਤਾਈਓਂ ਤਾਂ ਲੋਕ ਇੱਕ ਦੂਜੇ ਦਾ ਰਾਜ ਖੋਹਣ ਵਾਸਤੇ ਲੜਦੇ ਆਏ। ਪਰਿਵਾਰਾਂ ਦੇ ਵਿੱਚ ਵੀ ਦੇਖਿਆ, ਲੋਕ ਰਾਜ ਹੱਦਾਂ 'ਤੇ ਲੜਦੇ ਆਏ ਦੇਖੇ, ਨਹੀਂ ਤਾਂ ਅਸਾਂ ਪਿੰਡਾਂ 'ਚ ਦੇਖਿਆ ਨਾ, ਆ ਜ਼ਮੀਨ ਪੰਜਾਬੀ 'ਚ ਵੱਟ ਕਹੀ ਨੇ, ਇੱਕ ਵੱਟ 'ਤੇ ਲੋਕ ਲੜਦੇ ਦੇਖੇ ਨੇ। ਉਹ ਤੋਂ ਅੰਦਰ ਆਪਣੇ ਘਰ ਦੇ ਵਿੱਚ ਵਿਹੜੇ 'ਤੇ ਸ਼ਾਇਦ ਇੱਕ ਇੱਟ ਜਿੰਨੀ ਲਕੀਰ ਹੁੰਦੀ, ਉੱਥੇ ਲੜਦੇ ਦੇਖੇ ਨੇ, ਜਦ ਕਿ ਪਤਾ ਹੈ ਦੋਨਾਂ ਨੂੰ ਕਿ ਸਾਡਾ ਵਿਹੜਾ ਆਪਣਾ ਹੀ ਹੈ, ਇੱਕੇ ਪਿਤਾ ਦੀ ਕਮਾਈ ਦਾ ਪੀੜਾ ਹੈ, ਪਰ ਫਿਰ ਵੀ ਭਰਾ ਲੜਦੇ ਵੰਡਦੇ ਦੇਖੇ ਨੇ। ਪਤਾ ਕਿਉਂ? ਮੈਂ ਵੱਡਾ, ਮੈਂ ਜ਼ਿਆਦਾ ਇਕੱਠਾ ਕਰ ਲਵਾਂ, ਮੈਨੂੰ ਜ਼ਿਆਦਾ ਚਾਹੀਦਾ ਹੈ, ਔਰ ਇੰਝ ਲੱਗਦਾ ਵੀ ਇਹਨੇ ਜ਼ਿਆਦਾ ਦੱਬ ਲਿਆ।
ਇੱਥੇ ਮੁਕਾਬਲੇਬਾਜ਼ੀ ਵਿੱਚ ਝਗੜਾ ਹੈ, ਕਲੇਸ਼ ਹੈ, ਲੜਾਈ ਹੈ। ਅਧਿਆਤਮ ਦੇ ਵਿੱਚ ਇੱਕ ਮੁਕਾਬਲੇਬਾਜ਼ੀ ਹੈਗੀ ਹੈ, ਪਰ ਇਹ ਬੜੇ ਆਨੰਦ ਦੀ ਮੁਕਾਬਲੇਬਾਜ਼ੀ। ਇਹਦੇ ਵਿੱਚ ਕਿਸੇ ਨੂੰ ਡੇਗਣਾ ਨਹੀਂ ਹੁੰਦਾ, ਕਿਸੇ ਨੂੰ ਗਿਰਾਣਾ ਨਹੀਂ ਹੈ, ਕਿਸੇ ਦਾ ਕਬਜ਼ਾ ਨਹੀਂ ਕਰਨਾ। ਕਿਤਨਾ ਉੱਚਾ ਉੱਠ ਸਕਦੇ ਉੱਠ ਲਓ ਭਾਈ, ਕਿਤਨਾ ਨਿਰਮਲ ਕਰ ਸਕਦੇ ਹੋ ਕਰ ਲਓ ਭਾਈ ਆਪਣੇ ਆਪ ਨੂੰ। ਔਰ ਮਜ਼ੇ ਦੀ ਗੱਲ ਇਹ ਹੈ ਕਿ ਜਿਤਨਾ ਤੁਸੀਂ ਦੂਜਿਆਂ ਦਾ ਸਹਿਯੋਗ ਕਰਦੇ ਜਾਓਗੇ ਉਤਨੀ ਹੀ ਬਰਕਤ ਤੁਹਾਡੀ ਵੱਧਦੀ ਚਲੀ ਜਾਏਗੀ। ਜਿਤਨਾ ਦੂਜਿਆਂ ਨੂੰ ਨਿਰਮਲ ਹੋਣ ਵਿੱਚ ਸਹਿਯੋਗ ਕਰਾਂਗੇ ਉਤਨੇ ਆਪਣੀ ਨਿਰਮਲਤਾ ਵੱਧਦੀ ਜਾਏਗੀ। ਜਿਤਨਾ ਦੂਜਿਆਂ ਦੇ ਨਾਲ ਅਸੀਂ ਪ੍ਰਭੂ ਦੇ ਪ੍ਰੇਮ ਦੀ ਸਾਂਝ ਪਾਈ ਜਾਵਾਂਗੇ ਉਤਨਾ ਹੀ ਸਾਡਾ ਪ੍ਰੇਮ ਦਾ ਦਾਇਰਾ ਆਪਣਾ ਵਿਸ਼ਾਲ ਹੁੰਦਾ ਚਲਾ ਜਾਏਗਾ। ਔਰ ਇਹੀ ਇੱਕ ਐਸਾ ਪੱਖ ਹੈ ਜਿਹਦੇ ਵਿੱਚ ਬਿਨਾਂ ਕਿਸੇ ਦਾ ਨੁਕਸਾਨ ਕੀਤਿਆਂ ਵੱਧ ਤੋਂ ਵੱਧ ਤਰੱਕੀ ਕੀਤੀ ਜਾ ਸਕਦੀ ਹੈ। ਇਹਦੇ ਨੁਕਸਾਨ ਕਿਸੇ ਦਾ ਨਹੀਂ, ਪਰ ਤਰੱਕੀ ਜਿਤਨੀ ਕੋਈ ਕਰ ਸਕਦਾ ਕਰ ਲੈ। ਵੀ ਆਸਮਾਨ ਬਹੁਤ ਵੱਡਾ ਹੈ, ਜਿੰਨਾ ਮਰਜ਼ੀ ਉੱਚੀ ਉੱਠ ਜਾਓ, ਕੋਈ ਮਨਾ ਥੋੜ੍ਹਾ ਕਰਦਾ ਕਿਤਨੇ ਦਿਨ। ਹਾਂ, ਕਰਨਾ ਕੀ ਅਸਾਂ ਆਪਣਾ ਤਰੀਕਾ। ਔਰ ਇਹ ਚੀਜ਼ਾਂ ਦੀ ਬਣਤਰ ਅਸਾਂ ਗਾਹੇ ਬਗਾਹੇ ਇਤਿਹਾਸ ਦੀਆਂ ਸਾਖੀਆਂ 'ਚੋਂ ਪੜ੍ਹਦੇ ਸੁਣਦੇ ਰਹਿੰਦੇ ਹਾਂ। ਸਤਿਗੁਰੂ ਹਰਿਰਾਏ ਸਾਹਿਬ ਜੀ ਨੇ ਕੁਝ ਇਹੋ ਜਿਹੀਆਂ ਸਮਾਜਿਕ ਅਤੇ ਪਰਿਵਾਰਕ ਬਣਤਰਾਂ ਸਾਡੇ ਸਾਹਮਣੇ ਰੱਖੀਆਂ ਨੇ ਜਿਨ੍ਹਾਂ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਦੋ ਪ੍ਰਕਾਰ ਦੇ ਜੀਵਨ ਸਾਡੇ ਸਾਰਿਆਂ ਦੇ ਨੇ, ਇੱਕ ਨਿੱਜੀ ਅਤੇ ਇੱਕ ਬਾਹਰ ਦਾ ਪਰਿਵਾਰਕ ਹੈ, ਸਮਾਜਿਕ ਹੈ। ਮਹਾਰਾਜ ਨੇ ਇੱਕ ਸੂਤਰ ਦਿੱਤਾ ਹੈ, ਹਾਲਾਂਕਿ ਕਿਉਂਕਿ ਹਰ ਪਾਤਸ਼ਾਹ ਦਾ ਇੱਕ ਆਪਣਾ ਦੇਨ ਸੂਤਰ ਹੁੰਦਾ ਹੈ। ਸਤਵੇਂ ਪਾਤਸ਼ਾਹ ਸਾਹਿਬ ਜੀ ਦੇ ਨਾਲ ਨਿਰਭਉ ਅਤੇ ਨਿਰਵੈਰ, ਇਹ ਦੋ ਸ਼ਬਦ ਆਮ ਤੌਰ 'ਤੇ ਅਸੀਂ ਵਡੇਰਿਆਂ ਤੋਂ ਸੁਣੇ ਕਿ ਨਿਰਭਉ ਅਤੇ ਨਿਰਵੈਰ। ਦੋਨਾਂ ਪੱਧਰਾਂ 'ਤੇ ਮਹਾਰਾਜ ਨੇ ਕੰਮ ਕੀਤਾ, ਅੰਦਰੂਨੀ ਪੱਧਰ 'ਤੇ ਵੀ ਅਤੇ ਬਾਹਰਲੇ ਪੱਧਰ 'ਤੇ ਵੀ। ਇਹ ਨਿਰਭਉ ਅਤੇ ਨਿਰਵੈਰ ਤਦ ਹੀ ਹੋ ਸਕੋਗੇ ਜੇ ਤੁਹਾਡੇ ਕੋਲ ਤਾਕਤ ਵੀ ਹੋਵੇਗੀ, ਤਾਂ ਹੀ ਤਾਂ ਨਿਰਭਉ ਹੋ ਕੇ ਨਾ। ਅਤੇ ਤਾਕਤ ਹੈ ਅਤੇ ਹੁਣ ਚੇਤਾ ਰੱਖਣਾ ਕਿਸੇ ਨਾਲ ਵੈਰ ਨਾ ਰੱਖਣਾ, ਨਿਰਵੈਰ ਬਣ ਕੇ ਰਹਿਣਾ। ਔਰ ਇਸੇ ਗੱਲ ਦੇ ਪ੍ਰਤੀਕ ਵਜੋਂ, ਕਿਉਂਕਿ ਗੁਰੂ ਘਰ 'ਚ ਹਰ ਕੰਮ ਪ੍ਰਤੀਕ ਵਜੋਂ ਕੀਤਾ ਜਾਂਦਾ ਹੈ, ਔਰ ਜੋ ਪ੍ਰਤੀਕ ਵਜੋਂ ਕੀਤੇ ਕੰਮ ਹੁੰਦੇ ਉਹ ਦੇਸ਼ ਕਾਲ ਦੀ ਸੀਮਾਵਾਂ ਤੋਂ ਵੱਡੇ ਹੁੰਦੇ ਨੇ। ਜਿਹੜੇ ਉਸ ਤਰ੍ਹਾਂ ਕਰਮ ਕੀਤੇ ਜਾਂਦੇ ਨੇ ਉਹ ਇੱਕ ਦੇਸ਼ ਵਿੱਚ ਇੱਕ ਸਮੇਂ 'ਤੇ ਲਾਗੂ ਹੁੰਦੇ ਨੇ, ਪਤਾ ਲੱਗਾ ਦੂਜੇ ਦੇਸ਼ ਵਿੱਚ ਜਾਂ ਦੂਜੇ ਸਮੇਂ 'ਤੇ ਉਹ ਲਾਗੂ ਨਹੀਂ ਹੁੰਦੇ। ਅਸਾਂ ਤੁਸਾਂ ਨੇ ਜੋ ਸਮਾਜਿਕ ਨਿੱਜੀ ਬਣਤਰਾਂ ਬਣਾਈਆਂ ਨੇ ਉਹਨਾਂ 'ਚੋਂ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਸਾਡੀਆਂ, ਠੀਕ ਹੈ ਅਸੀਂ ਪੰਜਾਬ 'ਚ ਰਹੀ ਨੇ ਇੱਥੇ ਤੇ ਬਣਤਰ ਲਾਗੂ ਹੋ ਜਾਏਗੀ, ਪਰ ਤੁਸੀਂ ਬੰਗਾਲ 'ਚ ਜਾ ਕੇ ਇਹਨੂੰ ਲਾਗੂ ਨਹੀਂ ਕਰ ਪਾਓਗੇ, ਸਾਊਥ ਵਿੱਚ ਜਾ ਕੇ ਲਾਗੂ ਨਹੀਂ ਕਰ ਪਾਓਗੇ, ਕਿਉਂਕਿ ਉਸ ਦਾ ਖਾਣ ਪਾਨ ਰਹਿਣ ਸਹਿਣ ਸਰਦੀ ਗਰਮੀ ਫਰਕ ਹੈ, ਉੱਥੋਂ ਦੇ ਦਿਨ ਅਤੇ ਰਾਤ ਦੇ ਸਮੇਂ ਦੇ ਬਣਤਰਾਂ ਦਾ ਫਰਕ ਹੈ। ਹੁਣ ਤਾਂ ਸਾਡਾ ਗਲੋਬਲ ਸਿਸਟਮ ਇੰਨਾ ਵੱਡਾ ਹੈ ਕਿ ਅਸੀਂ ਦਿਨ ਅਤੇ ਰਾਤ ਦੀਆਂ ਗੱਲਾਂ ਸਾਂਝੀਆਂ ਕਰਦੇ ਹਾਂ। ਇੱਥੇ ਆਪਾਂ ਦਿਨ ਚੜ੍ਹੇ ਦੀ ਗੱਲ ਕਰ ਰਹੇ ਹਾਂ, ਕਿਤੇ ਰਾਤ ਪੈ ਰਹੀ ਹੁਣੇ ਉੱਥੋਂ ਦੀਆਂ ਗੱਲਾਂ ਹੋ ਰਹੀਆਂ ਨੇ। ਅਸੀਂ ਆਸਾਕੀ ਵਾਰ ਦਾ ਭੋਗ ਪਾ ਕੇ ਬੈਠੇ ਹਾਂ, ਕੋਈ ਸੋਦਰ ਦਾ ਪਾਠ ਕਰ ਰਹੇ ਹੋਣੇ ਨੇ। ਇਹ ਸਾਨੂੰ ਇੱਕ ਪਿੰਡ ਇੱਕ ਸ਼ਹਿਰ 'ਤੇ ਲੱਗਦਾ ਵੀ ਅਸੀਂ ਇੱਕ ਵੇਲੇ ਇਕੱਠੇ ਹੋ ਕੇ ਆ ਕਰ ਲਵਾਂਗੇ, ਪਰ ਜਦੋਂ ਵੱਡੇ ਪੱਧਰ 'ਤੇ ਸੋਚਾਂਗੇ ਉਦੋਂ ਤੇ ਹਰ ਵੇਲੇ ਹਰ ਕੁਛ ਹੋ ਰਿਹਾ ਅਤੇ ਸ਼ਾਇਦ ਜੇ ਕਿਤੇ ਸਮਝ ਪਾਵਾਂਗੇ ਨਾ, ਅਤੇ ਹਰ ਪਲ ਕਿਤੇ ਸੂਰਜ ਡੁੱਬਦਾ ਅਤੇ ਕਿਤੇ ਸੂਰਜ ਚੜ੍ਹਦਾ, ਹਰ ਪਲ। ਐਸਾ ਕੋਈ ਪਲ ਨਹੀਂ ਜਿੱਥੇ ਸੂਰਜ ਡੁੱਬ ਨਾ ਰਿਹਾ ਹੋਵੇ, ਜਿੱਥੇ ਸੂਰਜ ਚੜ੍ਹ ਨਾ ਰਿਹਾ ਹੋਵੇ, ਜਿੱਥੇ ਸਵੇਰ ਨਾ ਹੋਵੇ, ਜਿੱਥੇ ਰਾਤ ਨਾ ਹੋਵੇ, ਜਿੱਥੇ ਅੰਮ੍ਰਿਤ ਵੇ। ਇਸ ਕਰਕੇ ਇਹ ਕਹਿਣਾ ਕਿ ਕੋਈ ਖਾਸ ਸਮਾਂ ਹੀ ਹੈ, ਨਹੀਂ ਨਹੀਂ, ਜਿਹੜਾ ਵੇਲਾ ਤੁਹਾਡੇ ਕੋਲ ਹੈ ਉਹੀ ਤੁਹਾਡਾ ਹੈ। ਸ਼ਾਇਦ ਇਸੇ ਕਰਕੇ ਅੰਮ੍ਰਿਤ ਵੇਲੇ ਦੀ ਪਰਿਭਾਸ਼ਾ ਜੋ ਅਸੀਂ ਦਰਸ਼ਨ 'ਚ ਜਾ ਕੇ ਕਰਦੇ ਹਾਂ, ਅਤੇ ਅੰਮ੍ਰਿਤ ਵੇਲੇ ਦੀ ਪਰਿਭਾਸ਼ਾ ਉਹ ਹੈ ਜਿਸ ਸਮੇਂ ਨੂੰ ਤੁਸਾਂ ਈਰਖਾ ਨਿੰਦਾ ਚੁਗਲੀ ਦੇ ਜ਼ਹਿਰੀਲੇ ਪੱਖ ਤੋਂ ਬਚਾ ਲਿਆ, ਉਹੀ ਤੁਹਾਡਾ ਸਮਾਂ ਅੰਮ੍ਰਿਤ ਨਾਲ ਭਰਪੂਰ ਹੈ। ਮਰੇਗਾ ਜਿਹੜਾ ਜਿਸ ਸਮੇਂ ਤੁਸੀਂ ਬਚਾ ਲਿਆ। ਇੱਥੇ ਆਪਾਂ ਬੈਠੇ ਹਾਂ, ਇਹ ਸਾਡਾ ਸਮਾਂ ਅੰਮ੍ਰਿਤ ਵੇਲਾ ਹੈ। ਕੋਈ ਦੁਪਹਿਰੇ ਆਪਣੇ ਦਫ਼ਤਰ 'ਚ ਆਪਣੇ ਪਰਿਵਾਰ 'ਚ ਬੈਠ ਜਾਏਗਾ, ਇਹ ਨਿੰਦਾ ਚੁਗਲੀ ਈਰਖਾ ਤੋਂ ਬਚ ਜਾਏਗਾ, ਉਹਦਾ ਸਮਾਂ ਅੰਮ੍ਰਿਤ ਵੇਲਾ ਹੋ ਜਾਏਗਾ। ਹੋ ਸਕਦਾ ਹੈ ਕੋਈ ਸਾਡੇ 'ਚੋਂ ਇੰਨਾ ਵੱਡਾ ਹੋ ਜਾਏ ਕਿ ਆਪਣੇ ਸਾਰੇ ਦਿਨ ਨੂੰ ਅੰਮ੍ਰਿਤ ਵੇਲਾ ਬਣਾ ਲਵੇ, ਵੀ ਆਪਣੀ ਕਿਰਤ ਵੀ ਕਰੇ ਅਤੇ ਕਿਸੇ ਦਾ ਦਿਲ ਨਾ ਦੁਖਾਏ, ਕਿਸੇ ਦਾ ਟਕੇ ਦਾ ਹੇਰਾ ਫੇਰੀ ਨਾ ਕਰੇ, ਦਿਲ ਨਾ ਦੁਖਾਏ, ਛਲ ਨਾ ਕਰੇ, ਕਪਟ ਨਾ ਕਰੇ, ਯਤਨ ਕਰਿਆ ਕਰੇ ਸਾਡਾ ਅੰਮ੍ਰਿਤ ਵੇਲਾ ਵੱਧ ਤੋਂ ਵੱਧ ਹੋਵੇ। ਸਿਆਣੇ ਦਾ ਇੱਕ ਬੋਲ ਹੈ,
ਉਸ ਨੂੰ ਅਸੀਂ ਸਮੇਂ ਦੇ ਇਸ ਘੜੀਆਂ ਮਿੰਟਾਂ 'ਚ ਬੰਨ੍ਹ ਲਿਆ ਕਿ ਅੰਮ੍ਰਿਤ ਵੇਲਾ ਸਾਂਭੋ। ਸਾਨੂੰ ਕਹਿੰਦਾ ਅੰਮ੍ਰਿਤ ਵੇਲਾ ਸਾਂਭੋ, ਬਈ ਸਮੇਂ ਦੀ ਸੰਭਾਲ ਕਰੋ, ਇਹਦੇ ਵਿੱਚ ਨਿੰਦਾ ਚੁਗਲੀ ਈਰਖਾ ਦੇ ਜ਼ਹਿਰ ਮਤ ਘੋਲ ਦਿਓ। ਗੁਰੂ ਹਰਿਰਾਏ ਸਾਹਿਬ ਜੀ ਨੇ ਚੀਜ਼ਾਂ ਜੁਗਤਾਂ ਦਿੱਤੀਆਂ। ਸ਼ਾਇਦ ਆਪ ਨੂੰ ਯਾਦ ਹੋਵੇ, 6ਵੇਂ ਪਾਤਸ਼ਾਹ ਸਾਹਿਬ ਜੀ ਨੇ ਜਦੋਂ ਗੁਰੂ ਹਰਿਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਲਈ ਚੁਣ ਲਿਆ, ਕੋਲ ਬਿਠਾ ਲਿਆ, ਦੁਨਿਆਵੀ ਤੌਰ 'ਤੇ ਸਿੱਖਾਂ ਕਿ ਸਾਰੀ ਕਾਰਵਾਈ ਕਰ ਲਈ, ਅਤੇ ਫਿਰ ਤੁਰਦਿਆਂ ਜੋ ਕਦੇ ਕਦੇ ਸਾਖੀਆਂ 'ਚ ਪੜ੍ਹਦਾ ਕਿ ਆਖਰੀ ਉਪਦੇਸ਼ ਪੁੱਛਿਆ ਜਾਂਦਾ ਮਹਾਰਾਜ ਪਿਤਾ ਜੀ, ਕਿਉਂਕਿ ਰਿਸ਼ਤੇ ਕਰਕੇ ਹਰਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਹਰਿਰਾਏ ਸਾਹਿਬ ਜੀ ਦਾਦਾ ਪੋਤਾ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਵੱਡੇ ਪੁੱਤਰ ਰਾਮ ਰਾਏ ਨੇ, ਅਤੇ ਛੋਟੇ ਪੁੱਤਰ ਖਿਮਾ ਕਰਨਾ ਵੱਡੇ ਪੁੱਤਰ ਧੀਰਮਲ ਜੀ ਨੇ, ਅਤੇ ਛੋਟੇ ਪੁੱਤਰ ਹਰਿਰਾਏ ਸਾਹਿਬ ਜੀ ਨੇ। ਬਾਬਾ ਗੁਰਦਿੱਤਾ ਸਾਹਿਬ ਜੀ ਤੋਂ ਬਾਅਦ ਵਿੱਚ, ਕਿਉਂਕਿ ਬਾਬਾ ਗੁਰਦਿੱਤਾ ਸਾਹਿਬ ਜੀ ਚਲਾਣਾ ਕਰਕੇ ਸਨ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਯਾਤੀ ਵਿੱਚ ਹੀ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਹਰਿਰਾਏ ਸਾਹਿਬ ਜੀ ਨੂੰ ਆਪਣੇ ਥਾਂ 'ਤੇ ਜਾਨਸ਼ੀਨ 7ਵੇਂ ਰੂਪ 'ਚ ਸਥਾਪਿਤ ਕਰ ਦਿੱਤਾ ਹੈ, ਅਤੇ ਉਦੋਂ ਨਾ ਪੁੱਛਿਆ ਸੀ ਕਿ ਸਤਿਗੁਰੂ ਪਾਤਸ਼ਾਹ ਜਿਹਨੂੰ ਅਸੀਂ ਦੁਨਿਆਵੀ ਦਾਦਾ ਗੁਰੂ ਕਹਿ ਦਈਏ, ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਆਪਣੀ ਬਾਹਰਲੀ ਬਣਤਰ ਕਿਸ ਤਰ੍ਹਾਂ ਦੀ ਬਣਾ ਕੇ ਰੱਖਣੀ ਹੈ, ਕਿਉਂਕਿ ਤੁਸਾਂ 'ਤੇ ਫੌਜ ਰੱਖੀ ਹੈ। ਫੌਜ ਦਾ ਮਤਲਬ ਜੰਗ ਯੁੱਧ ਵੀ ਹੈ, ਔਰ ਤੁਸਾਂ 4 ਵੱਡੇ ਜੰਗ ਵੀ ਲੜੇ ਨੇ, ਸਿਪਾਹੀਆਂ ਦੀ ਭਰਤੀ ਵੀ ਕੀਤੀ, ਸਾਰੇ ਇੰਤਜ਼ਾਮਾਤ ਬਾਹਰਲੇ ਰਾਜਸੀ ਰੱਖੇ ਨੇ, ਜੰਗ ਹੋਏ ਨੇ, ਜੰਗਾਂ ਯੁੱਧਾਂ ਦਾ ਸਾਰਾ ਅਭਿਆਸ ਕੀਤਾ ਹੈ। ਸਾਡੇ ਲਈ ਕੀ ਆਗਿਆ ਹੈ ਕਿ ਇਸੇ ਤਰ੍ਹਾਂ ਅਸੀਂ ਸਿਲਸਿਲੇ ਨੂੰ ਜਾਰੀ ਰੱਖਣਾ ਹੈ? ਅਤੇ ਗੁਰੂ ਹਰਗੋਬਿੰਦ ਨੇ ਕਿਹਾ ਸੀ ਨਹੀਂ, ਤੁਸਾਂ ਸਿਲਸਿਲੇ ਨੂੰ ਜਾਰੀ ਵੀ ਰੱਖਣਾ ਹੈ ਅਤੇ ਲੜਨਾ ਵੀ ਨਹੀਂ ਹੈ, ਦੋਨਾਂ 'ਤੇ ਕਬਜ਼ਾ ਰੱਖਣਾ ਹੈ। ਕਬਜ਼ੇ ਦਾ ਮਤਲਬ ਸਾਡੇ ਵਰਗਾ ਕਬਜ਼ਾ ਨਹੀਂ, ਜ਼ਾਬਤਾ ਰੱਖਣਾ, ਕੰਟਰੋਲ ਹੋਣਾ ਚਾਹੀਦਾ ਤੁਹਾਡਾ। ਤੁਹਾਡੀ ਫੌਜ ਵੀ ਮੁਕੰਮਲ, ਪਰ ਚੇਤਾ ਰੱਖਣਾ ਇਹ ਫੌਜ ਲੜਨ ਲਈ ਨਹੀਂ ਹੈ, ਔਰ ਇਹ ਬੜਾ ਕਠਿਨ ਹੈ ਕਿ ਫੌਜ ਬਣਾਈ ਹੋਵੇ ਤੁਸਾਂ, ਪਰ ਫੌਜ ਲੜਨ ਲਈ ਨਹੀਂ ਹੈ। ਕਿਹਦੇ ਵਾਸਤੇ? ਆਪਣੇ ਆਪ ਨੂੰ ਮਜ਼ਬੂਤ ਰੱਖਣ ਲਈ ਹੈ। ਇਹ ਫੌਜ ਲੋਕਾਂ ਨੂੰ ਡਰਾਉਣ ਲਈ ਨਹੀਂ ਹੈ, ਇਹ ਆਪਣੇ ਆਪ ਦੇ ਦਾਇਰਿਆਂ ਨੂੰ, ਆਪਣੇ ਪੱਖਾਂ ਨੂੰ ਮਜ਼ਬੂਤ ਰੱਖਣ ਲਈ ਹੈ। ਔਰ ਸ਼ਾਇਦ ਦੁਨੀਆ ਦੀ ਫੌਜ ਵਿੱਚੋਂ ਗੁਰੂ ਹਰਿਰਾਏ ਸਾਹਿਬ ਜੀ ਦੀ ਹੀ ਫੌਜ ਇੱਕ ਐਸੀ ਸੀ ਜੋ 50% ਜੇ ਪਰਸੈਂਟੇਜ ਕੱਢਣਾ ਹੋਵੇ ਨਾ, ਕਿ ਅੱਧੀ ਫੌਜ ਸਾਰੀ ਰਾਤ ਤਿਆਰ ਬਰ ਤਿਆਰ ਹੋ ਕੇ ਬੈਠੀ ਰਹਿੰਦੀ। ਅੱਜ ਵੀ ਕਿਸੇ ਵੀ ਮੁਲਕ ਦੀ ਸਾਰੀ ਫੌਜ 'ਚੋਂ ਅੱਧੀ ਫੌਜ ਤਿਆਰ ਬਰ ਤਿਆਰ ਹੋ ਕੇ ਨਹੀਂ ਬੈਠਦੀ, ਬਸ ਕੁਝ ਰਾਖਵੇਂ ਸਿਪਾਹੀ ਚੌਂਕੀਆਂ 'ਤੇ ਹੁੰਦੇ ਨੇ ਜੋ ਤਿਆਰ ਬਰ ਤਿਆਰ ਹੁੰਦੇ ਨੇ, ਨਹੀਂ ਤਾਂ ਬਾਕੀ ਸਾਰੇ ਆਰਾਮ ਦੀ ਨੀਂਦ ਸੌਂਦੇ ਨੇ। ਪਰ ਗੁਰੂ ਹਰਿਰਾਏ ਸਾਹਿਬ ਜੀ ਨੇ ਆਪਣੀ ਫੌਜ 'ਚੋਂ 2200 ਸਵਾਰ ਵਧੀਆ ਫੌਜੀ ਰੱਖੇ ਨੇ, ਜਿਨ੍ਹਾਂ 'ਚੋਂ ਅੱਧਿਆਂ ਨੂੰ ਹੁਕਮ ਸੀ ਵੀ ਤੁਸੀਂ ਸੂਰਜ ਉਦੈ ਤੋਂ ਸੂਰਜ ਅਸਤ ਤੱਕ, ਅਤੇ ਦੂਜਿਆਂ ਸੂਰਜ ਤੋਂ ਸੂਰਜ ਤੱਕ ਦਿਨ ਅਤੇ ਰਾਤ ਵੰਡ ਦਿੱਤਾ ਹੈ। ਅੱਧੀ ਫੌਜ ਨੇ ਸਾਰਾ ਦਿਨ ਬਿਲਕੁਲ ਸੁਚੇਤ ਰਹਿਣਾ, ਅਤੇ ਅੱਧੀ ਫੌਜ ਨੇ ਰਾਤ ਭਰ ਸੁਚੇਤ ਰਹਿਣਾ। ਜਦੋਂ ਲੋਕਾਂ ਇੱਕ ਦੋ ਸਵਾਲ ਪੁੱਛੇ ਕਿ ਮਹਾਰਾਜ ਤੁਸਾਂ ਨਾ ਲੜਨ ਦਾ ਸੰਕਲਪ ਵੀ ਲਿਆ, ਤੁਹਾਡਾ ਸੰਕਲਪ ਵੀ ਲੜਨਾ ਨਹੀਂ ਹੈ, ਅਤੇ ਫਿਰ ਫੌਜ ਨੂੰ ਰਾਤ ਦਿਨ ਤਿਆਰ ਬਰ ਤਿਆਰ ਰੱਖਣ ਦਾ ਕੀ ਫਾਇਦਾ? ਵੀ ਤੁਸੀਂ ਲੜਨਾ ਹੀ ਕੋਈ ਨਹੀਂ। ਮਹਾਰਾਜ ਕਹਿੰਦੇ ਨਾਲ ਲੜਨ ਦਾ ਮਤਲਬ ਇਹ ਨਹੀਂ ਕਿ ਅਵੇਸਲੇ ਹੋ ਜਾਈਏ। ਵਿਅਕਤੀ ਡਿੱਗਦਾ ਅਤੇ ਮਰਦਾ ਉਦੋਂ ਹੈ ਜਦੋਂ ਅਵੇਸਲਾ ਲਾਪਰਵਾਹੀ 'ਚ ਆ ਜਾਂਦਾ ਹੈ। ਇਸ ਕਰਕੇ ਅਸੀਂ ਕਿਸੇ ਦਾ ਘਰ ਢਾਉਣ ਨਹੀਂ ਜਾਣਾ, ਅਸੀਂ ਲੜਨ ਨਹੀਂ ਜਾਣਾ, ਪਰ ਅਵੇਸਲੇ ਲਾਪਰਵਾਹ ਵੀ ਨਹੀਂ ਹੋਣਾ, ਸਗੋਂ ਆਪਣੇ ਆਪ ਨੂੰ ਮਜ਼ਬੂਤ ਰੱਖਣਾ। ਔਰ ਇਹ ਸਦਾ ਵਾਸਤੇ, ਹਰ ਦੇਸ਼ ਵਾਸਤੇ, ਹਰ ਸਮੇਂ ਵਾਸਤੇ ਇੱਕ ਨਿਯਮ ਹੈ। ਅਸਾਂ ਤੁਸਾਂ ਵਾਸਤੇ ਵੀ ਉਨੇ ਸੁਚੇਤ ਸਾਵਧਾਨ ਹੈ ਵੀ ਕਿਸੇ ਦੇ ਘਰ ਲੜਨ ਮਤ ਜਾਓ, ਪਰ ਆਪ ਹਰ ਵਕਤ ਸੁਚੇਤ ਰਹੋ। ਆਪ ਹਰ ਵਕਤ ਆਪਣੇ ਦੀਵਾਰਾਂ ਨੂੰ, ਆਪਣੇ ਪਹਿਰਿਆਂ ਨੂੰ, ਆਪਣੀ ਚੌਂਕੀਆਂ ਨੂੰ ਮਜ਼ਬੂਤ ਰੱਖੋ, ਕਿਉਂਕਿ ਤੁਹਾਡੇ ਘਰ ਕੋਈ ਸੰਨ ਨਾ ਲਾ ਸਕੇ, ਤੁਹਾਡੇ ਘਰ ਕੋਈ ਮਾੜਾ ਚੀਜ਼ ਸੁੱਟ ਨਾ ਸਕੇ, ਤੁਹਾਡੇ ਘਰ ਕੋਈ ਪ੍ਰਵੇਸ਼ ਨਾ ਕਰ ਸਕੇ। ਇਹ ਤਾਂ ਬਾਹਰਲੀ ਬਣਤਰ ਸੀ। ਅੰਦਰੂਨੀ ਬਣਤਰ ਦੇ ਵਿੱਚ ਇੱਕ ਵਾਰ ਸਤਿਗੁਰੂ ਹਰਿਰਾਏ ਸਾਹਿਬ ਤੋਂ ਕਿਸੇ ਵਿਦਵਾਨ ਜੋਗੀ ਨੇ, ਜੋ ਸੰਨਿਆਸ ਦਾ ਧਾਰਨੀ ਵਿਦਵਾਨ, ਬੈਰਾਗ ਨੂੰ ਜਾਣਦਾ, ਯੋਗ ਸ਼ਾਸਤਰ ਜਿਹਨੇ ਪੜ੍ਹੇ ਹੋਏ ਵਿਦਵਾਨ ਹੈ, ਗੁਰੂ ਹਰਿਰਾਏ ਸਾਹਿਬ ਜੀ ਦੇ ਨਾਲ ਗੱਲਾਂ ਕਰਦਾ ਹੈ,
ਤੇ ਗੱਲਾਂ ਕਰਦਿਆਂ ਕਰਦਿਆਂ ਕਹਿਣ ਲੱਗਾ ਜੀ ਮੈਂ ਬਾਣੀ ਦਾ ਅਧਿਐਨ ਵੀ ਕੀਤਾ ਹੈ, ਮੈਂ ਹੋਰ ਵੀ ਮਤ ਮਤਾਂਤਰਾਂ ਦੇ ਧਰਮ ਪੁਸਤਕ ਪੜ੍ਹੇ ਨੇ, ਉਹਨਾਂ ਨੇ ਜੋ ਕੁਝ ਦੱਸਿਆ ਹੁੰਦਾ ਲਿਖਿਆ ਹੁੰਦਾ ਉਹਦੇ ਮੁਤਾਬਕ ਉਪਦੇਸ਼ ਕਰਦੇ ਨੇ, ਪਰ ਇੱਕ ਮੈਨੂੰ ਤੁਹਾਡੇ ਘਰ ਥੋੜ੍ਹਾ ਜਿਹਾ ਫਰਕ ਲੱਗਦਾ। ਮਹਾਰਾਜ ਕਹਿਣ ਲੱਗੇ ਕਿਹੜਾ ਫਰਕ ਲੱਗਦਾ ਭਾਈ? ਕਹਿਣ ਲੱਗੇ ਤੁਹਾਡੇ ਬਾਣੀ ਵਿੱਚ ਧਿਆਨ ਦਾ ਬਹੁਤ ਜ਼ਿਕਰ ਹੈ, ਬੜੇ ਵਾਰ ਸਾਨੂੰ ਕਹਿੰਦਾ ਵੀ ਧਿਆਨ 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 ਧਰੋ, ਧਿਆਨ ਕਰਿਆ ਕਰੋ, ਧਿਆਨ ਰੱਖੋ, ਪਰ ਤੁਸੀਂ ਕਦੇ ਸੰਗਤ ਵਿੱਚ ਬਿਠਾ ਕੇ ਧਿਆਨ ਕਰਵਾਉਂਦੇ ਨਹੀਂ। ਜਿਵੇਂ ਆਮ ਲੋਕ ਅੱਜ ਵੀ ਕਹਿੰਦੇ ਨਾ ਹਮ ਧਿਆਨ ਦਾ ਸਮਾਂ ਹੋ ਗਿਆ, ਧਿਆਨ ਦਾ ਸਮਾਂ ਹੋ ਗਿਆ, ਫਿਰ ਇੱਧਰ ਦੇ ਦਰਵਾਜ਼ੇ ਖਿੜਕੀਆਂ ਬੰਦ ਕਰਕੇ ਅੱਖਾਂ ਮੀਟ ਕੇ ਬੈਠੋ ਜੀ, ਧਿਆਨ ਕੋਈ ਕਹਿੰਦਾ ਨਾਭੀ 'ਤੇ ਟਿਕਾਓ, ਕੋਈ ਕਹਿੰਦਾ ਹਿਰਦੇ 'ਤੇ ਟਿਕਾਓ, ਕੋਈ ਕਹਿੰਦਾ ਤ੍ਰਿਕੁਟੀ 'ਤੇ ਟਿਕਾਓ। ਤੁਸੀਂ ਇੱਦਾਂ ਨਹੀਂ ਕਰਾਉਂਦੇ, ਜਦ ਕਿ ਕਹਿੰਦੇ ਹੋ ਕਿ ਧਿਆਨ ਕਰੋ, ਧਿਆਨ ਧਰੋ। ਮਹਾਰਾਜ ਕਹਿਣ ਲੱਗੇ ਆ ਜੋ ਤੁਸੀਂ ਧਿਆਨ ਕਰਨਾ ਕਹਿੰਦੇ ਹੋ ਨਾ, ਇਹ ਧਿਆਨ ਕਰਨਾ ਥੋੜ੍ਹਾ, ਇਹ ਤਾਂ ਇੱਕ ਸਰੀਰਕ ਅਭਿਆਸ ਹੈ, ਤੁਸੀਂ ਵੀ ਕਰ ਲਓ, ਜਿਹੜਾ ਮਰਜ਼ੀ ਕਰ ਲੈ। ਯਾਦ ਰੱਖਣਾ ਇਹ ਕਿਸੇ ਧਰਮ ਦਾ ਮਸਲਾ ਨਹੀਂ, ਤੇ ਸਰੀਰਕ ਅਭਿਆਸ ਹੈ। ਜਿਹਨੂੰ ਅੱਜ ਕੱਲ੍ਹ ਆਪਾਂ ਮੈਡੀਟੇਸ਼ਨ ਕਹਿੰਦੇ ਹਾਂ ਜਾਂ ਯੋਗਾ ਕਿਹਾ ਜਾਣ ਲੱਗ ਪਿਆ, ਇਹ ਕੋਈ ਧਰਮ ਦਾ ਮਸਲਾ ਥੋੜ੍ਹਾ ਹੈ। ਲੋਕ ਤਾਂ ਜ਼ਬਰਦਸਤੀ ਧਰਮ ਦੇ ਗਲ ਪੈ ਜਾਂਦੇ ਨੇ, ਇਹ ਤਾਂ ਸਰੀਰਕ ਅਭਿਆਸ ਹੈ, ਜਿਹੜਾ ਮਰਜ਼ੀ ਕਰ ਲੈ। ਆ ਬਚਪਨ ਸਾਨੂੰ ਪੀਟੀ ਕਰਾਉਂਦੇ ਸੀ, ਜਿਹੜਾ ਮਰਜ਼ੀ ਕਰ ਲੈ, ਹੁਣ ਵੀ ਕਰ ਲੈ। ਪਰ ਧਿਆਨ ਕਿੱਦਾਂ ਕਰਦੇ ਹੋ? ਮਹਾਰਾਜ ਨੇ ਇੱਕ ਬੜੀ ਪਿਆਰੀ ਤੁਕ ਪੜ੍ਹ ਕੇ ਸੁਣਾਈ, ਕਦੇ ਆਪ ਨੂੰ ਸਮਾਂ ਲੱਗੇ ਪਾਵਨ ਬਾਣੀ 'ਚ ਪੜ੍ਹਨਾ। ਮਹਾਰਾਜ ਕਹਿਣ ਲੱਗੇ ਧਿਆਨ ਦਾ ਮਤਲਬ ਕੀ ਹੁੰਦਾ ਹੈ? ਕਹਿਣ ਲੱਗੇ ਜੀ ਜਿਸ ਪਾਸੇ ਦੇਖਣਾ ਗੌਰ ਨਾਲ ਦੇਖਣਾ। ਅਸੀਂ ਧਿਆਨ ਹੀ ਦੇਖੇ ਨਾ ਭਾਈ, ਧਿਆਨ ਨਾਲ ਦਰਵਾਜ਼ੇ ਵੱਲ ਦੇਖੋ, ਧਿਆਨ ਦੇ ਨਾਲ ਸੁਣੋ, ਧਿਆਨ ਦੇ ਨਾਲ ਬੋਲੋ, ਧਿਆਨ ਦੇ ਨਾਲ ਬੈਠੋ, ਉੱਠੋ ਬੈਠੋ, ਧਿਆਨ ਨਾਲ ਚੱਲੋ। ਆ ਬੱਚੇ ਨੂੰ ਕਹਿੰਦੇ ਭਾਈ ਧਿਆਨ ਨਾਲ ਤੁਰਿਆ ਕਰੋ, ਠੇਡਾ ਨਾ ਲੱਗ ਜੇ, ਡਿੱਗ ਨਾ ਪਾਓ। ਆ ਸਿਆਣੇ ਨੂੰ ਵੀ ਕਿਹਾ ਜਾਂਦਾ ਧਿਆਨ ਨਾਲ ਤੁਰੋ। ਧਿਆਨ ਤੇ ਹਰ ਥਾਂ 'ਤੇ ਕੰਮ ਕਰਦਾ ਨਾ। ਜੇ ਨਿੱਕੇ ਜਿਹੇ ਬਾਲਕਿਆਂ ਨੂੰ ਕਹਿੰਦੇ ਕਿ ਧਿਆਨ ਨਾਲ ਖੇਡੋ, ਗਲਤੀ ਨਾ ਕਰੋ, ਧਿਆਨ ਨਾਲ ਪੜ੍ਹੋ, ਧਿਆਨ ਨਾਲ ਲਿਖੋ, ਤੇ ਸਾਨੂੰ ਕਹਿੰਦੇ ਧਿਆਨ ਨਾਲ ਚੱਲੋ, ਧਿਆਨ ਨਾਲ ਚੱਲੋ। ਆ ਸੜਕਾਂ 'ਤੇ ਗਾਹੇ ਬਗਾਹੇ ਦੇਖਦੇ ਨਾ, ਜਰਾ ਕੋਈ ਬੇਧਿਆਨੀ ਹੋਈ ਨਹੀਂ ਕਿ ਐਕਸੀਡੈਂਟ ਹੋਇਆ ਨਹੀਂ। ਨਿੱਤ ਦੇਖਦੇ, ਹੁਣੇ ਮੈਂ ਦੇਖ ਕੇ ਆਇਆ, ਬੇਧਿਆਨੀ ਹੋਈ, ਆਪਸ ਵਜੇ ਟਕਰਾਏ ਪਏ ਨੇ, ਸੱਟਾਂ ਲੱਗੀਆਂ ਨੇ, ਫਿਰ ਚੀਖ ਚਿਹਾੜਾ ਪੈਂਦਾ, ਫਿਰ ਦੁਸ਼ਮਣੀਆਂ ਪੈਂਦੀਆਂ, ਲੋਕ ਫਿਰ ਲੜਦੇ ਨੇ। ਪਰ ਗਲਤੀ ਕਿੱਥੇ ਹੈ? ਦੋਨਾਂ ਧਿਰਾਂ ਦੀ ਬੇਧਿਆਨੀ। ਧਿਆਨ ਨਾਲ ਅਗਰ ਚੱਲੋਗੇ ਤੇ ਠੋਕਰ ਨਹੀਂ ਖਾਓਗੇ। ਤੇ ਕਹਿਣ ਲੱਗਾ ਮਹਾਰਾਜ ਤੇ ਸਮਾਜ ਤੁਸੀਂ ਅੰਦਰੋਂ ਨਹੀਂ ਧਰਮ ਦਾ ਧਿਆਨ ਕੀ ਕਰਦੇ? ਮਹਾਰਾਜ ਕਹਿਣ ਲੱਗੇ ਤੁਕ ਪੜ੍ਹ ਕੇ ਸੁਣ। ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲਰਾਸ। ਪਾਵਨ ਬਾਣੀ ਵਿੱਚ ਤੁਕ ਹੈ, ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲਰਾਸ। ਅਗਲੀ ਤੁਕ ਹੈ ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ। ਮਹਾਰਾਜ ਨੇ ਸ਼ਲੋਕ ਪੜ੍ਹ ਕੇ ਸੁਣਾ, ਹੈਰਾਨ ਹੋ ਗਿਆ। ਕਹਿਣ ਲੱਗਾ ਮਹਾਰਾਜ ਤੁਹਾਡੇ ਘਰ ਵੀ ਇਸ਼ਕ ਮੁਹੱਬਤ ਦੀਆਂ ਗੱਲਾਂ ਗੁਰਬਾਣੀ 'ਚ ਲਿਖੀਆਂ ਨੇ? ਮਹਾਰਾਜ ਕਹਿਣ ਲੱਗੇ ਹਾਂ, ਅਸੀਂ ਪਹਿਰੇਦਾਰੀ ਕਰਦੇ ਹਾਂ ਆਪਣੇ ਦਿਲ ਦੀ, ਕਿਉਂਕਿ ਇਸ ਦਿਲ ਵਿੱਚ ਕੋਈ ਮਾੜਾ ਖਿਆਲ ਨਾ ਆ ਜਾਏ। ਜੇ ਕਿਤੇ ਇਸ ਮੁਕਾਮ ਨੂੰ ਅਸੀਂ ਸਮਝ ਸਕੀਏ ਕਿ ਸਾਡੇ ਦਿਲ ਵਿੱਚ ਕਿਸੇ ਪ੍ਰਕਾਰ ਵੀ, ਕਿਸੇ ਵਿਅਕਤੀ ਪ੍ਰਤੀ ਵੀ, ਕਿਸੇ ਜੀਅ ਪ੍ਰਤੀ ਵੀ ਕਿਸੇ ਪ੍ਰਕਾਰ ਦਾ ਮਾੜਾ ਖਿਆਲ ਨਾ ਆਵੇ, ਅਸੀਂ ਹਰ ਵਕਤ ਧਿਆਨ ਰੱਖੀਏ। ਜਿਵੇਂ ਆਪਣੇ ਪਹਿਰੇਦਾਰ ਅਸੀਂ ਖੜ੍ਹੇ ਕੀਤੇ ਹੁੰਦੇ ਨੇ, ਹਰ ਥਾਂ 'ਤੇ ਹਰ ਸੁਸਾਇਟੀ 'ਚ ਪਹਿਰੇਦਾਰ ਖੜ੍ਹਾ ਕੀਤਾ ਹੁੰਦਾ ਹੈ। ਇੱਥੇ ਵੀ ਅਸੀਂ ਦੇਖਿਆ ਨਾ, ਪਹਿਰੇਦਾਰ ਬਰਸ਼ਾ ਲੈ ਕੇ ਖੜ੍ਹਾ ਹੈ। ਉਹਦੀ ਡਿਊਟੀ ਕੀ ਹੈ? ਉਸ ਨੂੰ ਇੱਕ ਸਿਸਟਮ ਦਿੱਤਾ ਜਾਂਦਾ ਵੀ ਦੇਖ, ਇਸ ਤਰ੍ਹਾਂ ਤੋਂ ਵੱਧ ਕੋਈ ਬੰਦਾ, ਕਿਸੇ ਪ੍ਰਕਾਰ ਦਾ ਕੋਈ ਜੀਅ ਅੰਦਰ ਨਹੀਂ ਆਉਣਾ ਚਾਹੀਦਾ। ਕੋਈ ਸਾਮਾਨ ਫਾਲਤੂ ਇਹੋ ਜਿਹਾ ਜੋ ਇੱਥੋਂ ਦੀ ਮਰਿਆਦਾ ਦੇ ਮੁਤਾਬਕ ਨਹੀਂ ਗਾ, ਇੱਥੋਂ ਦੇ ਸਿਲਸਿਲੇ ਸਿਸਟਮ ਦੇ ਵਿੱਚ ਨਹੀਂ ਆਉਂਦਾ, ਉਹ ਅੰਦਰ ਨਹੀਂ ਆਉਣਾ ਚਾਹੀਦਾ। ਪਰ ਚੇਤਾ ਰੱਖਣਾ, ਇੱਥੋਂ ਦਾ ਕੋਈ ਸਾਮਾਨ ਬਿਨਾਂ ਪਰਮਿਸ਼ਨ ਤੋਂ ਬਾਹਰ ਵੀ ਨਹੀਂ ਜਾਣਾ ਚਾਹੀਦਾ। ਪਹਿਰੇਦਾਰ ਦੇ ਦੋਨੋਂ ਜੀਵਤ ਹੈ ਨਾ, ਕਿ ਜੇ ਕੋਈ ਬਿਨਾਂ ਆਗਿਆ ਤੋਂ ਅੰਦਰ ਨਹੀਂ ਆਉਣਾ ਚਾਹੀਦਾ, ਅਤੇ ਜੋ ਅੰਦਰ ਸਾਜੋ ਸਮਾਨ ਚੀਜ਼ਾਂ ਨੇ ਉਹ ਬਿਨਾਂ ਮਾਲਕ ਦੀ ਆਗਿਆ ਤੋਂ ਬਾਹਰ ਵੀ ਨਹੀਂ ਜਾ ਸਕਦੀਆਂ। ਤਾਂ ਅਸਲ ਪਹਿਰੇਦਾਰ ਤਾਂ ਉਹੀ ਹੈ। ਅਤੇ ਮਹਾਰਾਜ ਕਹਿਣ ਲੱਗੇ ਅਸੀਂ ਤੇ ਪਹਿਰੇਦਾਰੀ, ਹਰ ਜੀਅ ਪਹਿਰੇਦਾਰ ਬਣੇ ਨਾ। ਅਸੀਂ 100 ਜੀਅ ਨੇ ਇੱਕ ਪਹਿਰੇਦਾਰ ਬਾਹਰ ਰੱਖਿਆ ਹੋਇਆ ਹੈ, ਪਰ ਅਸੀਂ ਹਰ ਇੱਕ ਜੀਅ ਆਪਣੇ ਦਿਲ ਦੀ ਪਹਿਰੇਦਾਰੀ ਕਰੀਏ ਕਿ ਮੇਰੇ ਦਿਲ ਵਿੱਚ ਕਿਸੇ ਜੀਅ ਪ੍ਰਤੀ ਮਾੜਾ ਖਿਆਲ ਤਾਂ ਨਹੀਂ ਆ ਰਿਹਾ, ਮਾੜੇ ਵਿਚਾਰ ਤਾਂ ਮੇਰੇ ਦਿਲ ਵਿੱਚ ਨਹੀਂ ਪ੍ਰਵੇਸ਼ ਕਰ ਰਹੇ। ਅਤੇ ਜੇ ਮੇਰੇ ਦਿਲ ਵਿੱਚ ਮਾੜੇ ਖਿਆਲ ਆ ਰਹੇ ਨੇ, ਫਿਰ ਜਵਾਬ ਦੇ ਮੈਂ ਉਹਨੂੰ ਆਪਣਾ ਪਏਗਾ ਨਾ। ਔਰ ਇਹ ਦਿਲ ਦੇ ਖਿਆਲਾਂ ਦਾ ਜਵਾਬ ਸੰਸਾਰ ਵਿੱਚ ਅਤੇ ਪਰਿਵਾਰ 'ਚ ਅਸੀਂ ਪਤਾ ਨਹੀਂ ਦਿਆਂਗੇ ਕਿ ਨਹੀਂ ਦਿਆਂਗੇ,
पर रब दे सामने तो देना पेगा ना। रब दे सामने तो सब पर्दे खुल जाने ने कि तेरे दिल विच किस मनुख वास्ते किहो जे ख्याल सन, तेरे दिल विच किस जी वास्ते किहो जे ख्याल सन। वो तो संसार विच है ना। अगर असीं किसी प्रति प्रेम करते हाँ, किसी प्रति नफरत करते हाँ, तो लेखा तो करते पास है ना। किसी के प्रति प्रेम का भी तो किसी के प्रति नफरत का भी लेखा तो करते के पास खुलेगा ना। एक दिन पूछा जाएगा ना, जदों असीं साडे सारे पर्दे खुल जाने ने, भेत खुल जाने ने, तो फिर की जवाब दोगे, क्या मुख लैके जाएगा। महाराज कहते पहरेदारी दिल की करिया करो। तो जदों निजी तौर पर अपने दिल की पहरेदारी करन लग पवांगे तो फिर बेईमानी, ठगी, फरेब, पता भी चीज़ां दिल विच नहीं आउण देणियां। फिर दिल तो बचा लांगे, दिल की बाहरली दीवार नूं मजबूत कर लवांगे। फिर असीं कहना बड़ा दिल मजबूत है जी। फिर मोह च भिजांगे नहीं, ईरखा च सड़ांगे नहीं, पराई तात च भुजांगे नहीं, लोभ लालचां च डुलांगे नहीं। फिर अपने आदर्शां ते, अपने सिद्धांतां ते, अपने जो भी साडे वडेरियां तो जैसे सिद्धांत आदर्श अपने टारगेट लिखे ने, उत्थे सीधे सीधे तुरे जावांगे। यही गल सानू अज पावन बाणी सतगुर कहण लगे, बस यही सावधानी असां करनी है, अपने घर नूं बचाउणा। पर साडे चों बहुते जी अपना घर मूसत राख न सकै। असीं लोकां दा घर बचाउण दे दावे दे रहे हैं, असीं लोकां दे घर राखियां करन वास्ते वड्डे वड्डे होके दे रहे हैं, अपना घर बचा लो, अपना घर बचा लो, वाह कर लो, वाह कर लो। गाहे बगाहे स्टेजां ते कहा जा रहा है, देखो जी अपने घर बचाओ, अपना घर बचा लो। पर की अपना घर असीं बचा पा रहे हैं? जे शांत चित ला के असीं अपने हिरदे वल देखांगे कि असीं अपने हिरदे रूपी घर नूं साफ सुथरा रख पा रहे हैं। जे असीं बाहरले घर नूं साफ सुथरा रखते हैं, खिड़कियां दरवाजे बंद रखते हैं, रोज़ाना कुंडे चिंदे ला के रखते हैं भी कोई बाहरला जी ना आ जाए, बाहरों मिट्टी डस्ट आंदी, सफाइयां करते हैं, कि असीं अपने इस हिरदे घर नूं भी इस तरह साफ रखते हैं? तो शायद साडा जवाब है नहीं। असीं इट पत्थर के मकान की तो बड़ी पहरेदारी करते हैं, इसकी साफ सफाई तो खबत तक असीं पहुँचे पे हाँ, बस हिरदे के बारे सानूं चेता ही नहीं किसी भी कि अपना साडा निज घर तो हिरदा है ना। साथों जदों पुछया जाना है तो इट पत्थर मकान नूं साफ किन्ना रखिया जी, ये बारे नहीं पुछया जाना। ये बारे तो धियां पुत्तर ने आप ही सांभ लेना है। असीं गंदला भी करता तो दूजे जी ने आके साफ कर देना है, पर चेतना हिरदे घर नूं किसी दूजे जी ने साफ नहीं जे करना। इत्थों दे रंग रोगन पड़दे तो धियां पुत्तरां ने बदल देने ने। और वैसे भी असीं 7 साल बाद सब कुछ फर्नीचर तक बदलन तुरन पैने ने। ये मनोविज्ञान है कि 7 साल बाद पड़दे तुसीं अपने आप बदल देंदे हो, घर दे रंग बदलण दी सोचण लग पैंदे हो, पर दिल दे अंदर दे रंग कदों बदलांगे? ईरखा दा, निंदा दा, चुगलियां दा, माड़े तत्त दा साडे अंदर कितने को रंग भरे पए ने। इहदा जवाब सानूं खुद देना पैना है। अज यही गल महाराज अपना घर मूसत कहंदे ने, चोर कार लुटिया जा रहा है, अपने साडे घर नूं लुटिया जा रहा है। तो मूसत का भाव स्वरूप समझना आवे, जिवें चोर आउंदे ने, बाहरला दरवाजा मिंटे ने, ठीक है जी, पर चोरां सन लाई हुई है, दरवाजा पिछों कंध पाड़ी है, घर का सारा सामान पिछली कंध पाड़ के लोग ले जा रहे हैं। बाहर दरवाजा ठीक है जी, ताला जंदा लगा हुआ है, तो घर दे जी सुते पे ने। हुण तो थोड़ा सिलसिला घटिया, नहीं तो आम ही घरां च सुणदे से सन लग के चोर पै गए, लोग सुते रह जाते, दरवाजे बंद रह जाते, तो सामान भी घरां दा गायब हो जाता। वो मूसत हुंदा सी। सुते पिया लोगों के चोरियां करके ले जनिया। जो दोषी कौन है? तुसीं इन्ने गहरे सौ गए कि नशा खा के सुते पे हो कि तुहानूं पता ही नहीं लगा कि तुहाडे घर दा सामान कोई चुक के ले जा रहा है, कोई आहट तो तुहानूं नींद ही नहीं खुल रही। इहदा मतलब तुसीं बेहोश हो, तुसीं सुते नहीं हो, तुसीं बेहोशी दे आलम च चले गए हो, तुसीं नशा खादा पे। हाँ, नशेड़ी व्यक्ति सौ जाए तो उसनूं नहीं पता लगता। शायद असीं भी हंकार दे नशे च, काम दे नशे च, ये विकारां दा नशा चढ़ गया, सानूं पता ही लगदा साडे 7 शुभ गुण किवें विकारां दे दूत लुट लाए रहे ने। इन्हूं 5 विकारां नूं पंच चोर भी कहा ना। ये 5 विकार 5 चोर भी ने। ये साडे शुभ गुणां नूं लुटदे ने। असीं सारे जाणदे हां
कि काम क्रोध लोभ मोह हंकार जिहड़े ने साडे अंदर दे सत संतोख दया धर्म दा ये गुणां नूं लुट लैंदे ने। आ जिन्हां ईरखा निंदा चुगली द्वेष है ये साडे अंदर दी पुन बिरतियां नूं चंगीआं बिरतियां नूं खोरा ला दिंदियां ने और सानूं ये पता ही नहीं लग रहा। यही तो महाराज कहते हैं अपना कर मूसत राख न साकै। वो भलिया तूं अपने घर नूं टुटदा अपने घर की चोरी हुंदी अपने घर का नुकसान हुंदा ते तेथों सांभिया नहीं जा रहा की पर घर जोहन लागा पर दूजिਆਂ ਦੇ ਘਰਾਂ ਵੱਲ ਝਾਕ ਪਾਉਣਾ ਤੂੰ ਦੂਜਿਆਂ ਦੇ ਘਰਾਂ 'ਚ ਝਾਤ ਪਾ ਰਹੇ हैं ਦੂਜਿਆਂ ਦੇ ਘਰ ਨੂੰ ਦੇਖ ਰਹੇ हैं ਦੂਜਿਆਂ ਦੇ ਘਰ ਦੀ ਚਰਚਾ ਕਰ ਰਹੇ हैं। ਅੱਜ ਵੀ ਅਸੀਂ ਜਿੰਨੀ ਚਰਚਾ ਕਰਦੇ ਹਾਂ ਦੂਜਿਆਂ ਦੀ ਕਰਦੇ ਹਾਂ ਫਲਾਣਾ ਇਹ ਕਰਦਾ ਜੀ ਧਮਾਕਾ ਇਹ ਕਰਦਾ ਜੀ। ਦਾਰਸ਼ਨਿਕ ਲੋਕ ਕਹਿੰਦੇ ਨੇ ਜਿਤਨਾ ਅਸੀਂ ਦੂਜਿਆਂ ਦੇ ਬਾਰੇ ਜਾਣਦੇ ਹਾਂ ਕੀ ਅਸੀਂ ਇਤਨਾ ਆਪਣੇ ਬਾਰੇ ਵੀ ਜਾਣਦੇ ਹਾਂ ਤੇ ਜਵਾਬ ਹੈ ਨਹੀਂ ਆਪਣੇ ਬਾਰੇ ਨਹੀਂ ਜਾਣਦੇ ਕਿਉਂਕਿ ਅਸੀਂ ਆਪਣੇ ਕੋਲ ਕਦੇ ਬੈਠੇ ਹੀ ਨਹੀਂ। ਆ ਕਦੇ ਕਦੇ ਬੈਠਿਆ ਕਰੀਏ ਦੁਨਿਆਵੀ ਤੌਰ 'ਤੇ ਇਕੱਲੇ ਬੈਠਿਆ ਕਰੀਏ ਉਹ ਏਕਾਂਤ ਬਣਾ ਲਿਆ ਕਰੀਏ ਜਿੱਥੇ ਇੱਕ ਤੇ ਅੰਤ ਹੋ ਜਾਏ। ਸੰਸਾਰ ਦੀ ਵਿਚਾਰਧਾਰਾ ਨੂੰ ਆਪਣੇ 'ਤੇ ਟਿਕਾ ਲਿਆ ਕਰੀਏ ਥੋੜ੍ਹਾ ਸਮਾਂ ਆਪਣੇ ਲਈ ਕਿਹਾ ਕਰੀਏ। ਆਲੋਕ ਜਿਹਨੂੰ ਮੈਡੀਟੇਸ਼ਨ ਧਿਆਨ ਕਹਿੰਦੇ ਨੇ ਕਦੇ ਕਦੇ ਆਪਣਾ ਧਿਆਨ ਧਰ ਲਿਆ ਕਰੀਏ। ਮੈਂ ਆਪਣੇ ਬਾਰੇ ਸੋਚਿਆ ਕਰੇ ਕਿ ਮੈਂ ਕੀ ਹਾਂ ਮੈਂ ਕਿੱਥੇ ਹਾਂ ਮੈਂ ਕੀ ਕਰ ਰਿਹਾ ਕੀ ਜੋ ਮੈਂ ਹਾਂ। ਅਸੀਂ ਫਿਲਾਸਫੀ 'ਚ ਕਹਿੰਦੇ ਹੁੰਦੇ ਹਾਂ ਕਦੇ ਕਦੇ ਆਪਣੇ ਨਾਲ ਸੋਚ ਲਿਆ ਕਰੀਏ ਕਿ ਜੋ ਮੈਂ ਹਾਂ ਮੈਂ ਉਹੀ ਹਾਂ ਕਿ ਜੇ ਬਾਹਰੋਂ ਮੈਂ ਕੋਈ ਲਿਬਾਸ ਜਾਂ ਕਿਸੇ ਪ੍ਰੋਫੈਸ਼ਨ ਵਿੱਚ ਹਾਂ ਕਿ ਵਾਕਿਆ ਹੀ ਮੈਂ ਉਸ ਕਰਤੱਵ ਨੂੰ ਨਿਭਾ ਰਹੇ ਮੈਂ ਪੂਰੀ ਤੌਰ 'ਤੇ ਕਰ ਰਿਹਾ ਹਾਂ ਕਿ ਮੇਰੀ ਜੋ ਬਾਹਰਲੇ ਡਿਊਟੀਜ਼ ਨੇ ਕਰਤੱਵ ਨੇ ਕਿ ਵਾਕਿਆ ਹੀ ਮੈਂ ਇਮਾਨਦਾਰੀ ਦੇ ਨਾਲ ਤਨਦੇਹੀ ਨਾਲ ਕਰ ਰਿਹਾ ਕਿਉਂਕਿ ਮੈਨੂੰ ਸਮਾਜ ਦੇ ਲੋਕ ਬਸ ਪੁੱਛਣਗੇ ਕਿ ਨਹੀਂ ਪੁੱਛਣਗੇ ਪਤਾ ਨਹੀਂ ਪਰ ਇੱਕ ਦਿਨ ਮੈਥੋਂ ਪੁੱਛਿਆ ਜਾਏਗਾ ਵੀ ਕੀ ਤੂੰ ਆਪਣੇ ਕੰਮ ਨੂੰ ਬਾਕਾਇਦਾ ਸਹੀ ਅੰਜਾਮ ਦਿੱਤਾ ਹੈ। ਇਹ ਆਪਣੇ ਬਾਰੇ ਪੁੱਛ ਲਿਆ ਕਰੀਏ ਆਪਣਾ ਧਿਆਨ ਧਰ ਲਿਆ ਕਰੀਏ ਅਤੇ ਹੌਲੀ ਹੌਲੀ ਆਪਣੇ ਆਪ ਨੂੰ ਰਿਫਾਈਨਡ ਕਰਿਆ ਕਰੀਏ ਹੋਰ ਤੋਂ ਹੋਰ ਸਵਾਰਨ ਦਾ ਸੁਧਾਰਨ ਦਾ। ਆ ਤਮਾਮ ਕੰਪਨੀਜ਼ ਆਪਣੇ ਆਪਣੇ ਬਾਰੇ ਹਰ ਸਾਲ ਨਵੀਆਂ ਤੋਂ ਨਵੀਂ ਵਿਚਾਰਾਂ ਕਰਦੇ ਨੇ ਅਪਡੇਟ ਕਰਦੇ ਨੇ ਕਿ ਅਸੀਂ ਵੀ ਆਪਣੇ ਆਪ ਨੂੰ ਅਪਡੇਟ ਕਰਦੇ ਹਾਂ। ਅਸੀਂ ਕਰ ਹੀ ਨਹੀਂ ਪਾ ਰਹੇ ਕਿਉਂਕਿ ਅਸੀਂ ਸੋਚ ਹੀ ਨਹੀਂ ਪਾ ਰਹੇ ਇਸ ਬਾਰੇ ਕਿ ਸਾਨੂੰ ਅਪਡੇਟ ਹੋਣਾ ਚਾਹੀਦਾ ਸਾਨੂੰ ਹੋਣਾ ਚਾਹੀਦਾ ਜਿੱਥੇ ਅਸੀਂ ਫਿਜ਼ੀਕਲ ਅਪਡੇਟ ਰੱਖਣਾ ਆਪਣੇ ਆਪ ਨੂੰ ਫਿੱਟ ਰੱਖਣਾ ਹੈ ਉੱਥੇ ਅਸੀਂ ਮੈਂਟਲੀ ਫਿੱਟ ਰੱਖਣਾ ਹੈ। ਹਿਰਦੇ ਕਰਕੇ ਅਸੀਂ ਆਪਣੇ ਆਪ ਨੂੰ ਅਪਡੇਟ ਕਰਦੇ ਹਾਂ ਪਰ ਨਹੀਂ ਅਸੀਂ ਦੂਜਿਆਂ ਬਾਰੇ ਦੇਖ ਰਹੇ ਹਾਂ ਤੂੰ ਫਿੱਟ ਹੈ ਤੂੰ ਅਪਡੇਟ ਹੈ ਤੂੰ ਨਿਤਨੇਮ ਕੀਤਾ। ਅਸੀਂ ਦੂਜੇ ਨੂੰ ਪੁੱਛਦੇ ਹਾਂ ਕਦੇ ਆਪਣੇ ਆਪ ਨੂੰ ਪੁੱਛਿਆ ਕਿ ਵਾਕਿਆ ਹੀ ਤੂੰ ਪ੍ਰੇਮ ਕੀਤਾ ਗੁਰੂ ਨੂੰ। ਅਸੀਂ ਗਾਹੇ ਬਗਾਹੇ ਲੋਕਾਂ ਦੇ ਰਾਹ ਰੋਕ ਰੋਕ ਪੁੱਛਦੇ ਹਾਂ ਤੂੰ ਆਹ ਕੀਤਾ ਲੋਕ ਸਾਡੀ ਇਸ ਆਦਤ ਤੋਂ ਕਈ ਵਾਰ ਇੰਨੇ ਪਰੇਸ਼ਾਨ ਹੋ ਜਾਂਦੇ ਨੇ ਕਿ ਰਾਹ ਛੱਡ ਕੇ ਬਦਲ ਜਾਂਦੇ ਨੇ। ਆ ਕਈ ਨੂੰ ਆਦਤ ਹੀ ਪੈ ਜਾਂਦੀ ਨਾ ਤੁਸੀਂ ਆਹ ਕਿਉਂ ਪਾਇਆ ਆਹ ਕਿਉਂ ਖਾਇਆ ਇੰਨਾ ਟੋਕਾ ਟੋਕੀ ਕਰਦੇ ਨੇ ਕਿ ਲੋਕ ਉਹ ਰਾਹ ਛੱਡ ਦਿੰਦੇ ਨੇ। ਲੋਕ ਤੇ ਖਿਮਾ ਕਰਨਾ ਸਾਡੀ ਟੋਕਾ ਟੋਕੀ ਬਿਰਤੀ ਦਾ ਨਤੀਜਾ ਕਿ ਸਾਡੇ ਬੱਚੇ ਗੁਰਦੁਆਰੇ ਆਉਣੋਂ ਹਟ ਗਏ ਨੇ। ਬਸ ਤੁਸੀਂ ਤੇ ਬਾਬੇ ਟੋਕੀ ਜਾਂਦੇ ਹੋ ਰੋਕੀ ਜਾਂਦੇ ਹੋ ਪਰ ਪੁੱਛੀਏ ਜੋ ਟੋਕਦੇ ਪਏ ਹੋ ਕਦੇ ਉਹ ਆਪਣੇ ਉਹਨੂੰ ਰੋਕਿਆ ਵੀ ਤੂੰ ਕੀ ਕਰਦਾ ਪਿਆ। ਜਿਹਨੂੰ ਕਹਿੰਦੇ ਨੇ ਆਪਣੇ ਗਿਰਬਾਨ ਮੈਂ ਸਿਰ ਨੀਵਾਂ ਕਰ ਦੇਖ ਕਦੇ ਦੇਖਿਆ ਪਰ ਨਹੀਂ ਅਸੀਂ ਤਾਂ ਦੂਜੇ ਦਾ ਘਰ ਦੇਖਦੇ ਹਾਂ ਤੇਰੇ ਘਰ ਕੀ ਹੋ ਰਿਹਾ ਤੇਰੇ ਘਰ ਕੀ ਹੋ ਰਿਹਾ। ਕਿਸੇ ਦੇ ਬੱਚੇ ਨੇ ਜਰਾ ਕੋਈ ਗਲਤੀ ਭੁੱਲ ਕੀਤੀ ਅਸੀਂ ਉਹਦੇ ਬਾਰੇ ਚਰਚਾ ਕਰਦੇ ਪਰ ਆਪਣੇ ਬਾਰੇ ਮਹਾਰਾਜ ਕੀ ਪਰ ਕਰ ਜੋ ਹਨ ਲੱਗਾ ਦੂਜਿਆਂ ਦੇ ਘਰ ਕੀ ਜੋ ਹੁਣ ਕਹਿੰਦਾ ਦੇਖਣਾ। ਆ ਸਾਡੇ 'ਚ ਰਿਵਾਜ ਹੈ ਨਾ ਅੱਡੀਆਂ ਚੁੱਕਣ ਦਾ ਤੋਂ ਪਾਰ ਲੋਕਾਂ ਦੇ ਘਰ ਝਾਕਣਾ ਮਨੋਬਿਰਤੀ ਦੇਖਣਾ ਕਿਤੇ ਅਸੀਂ ਸਿੱਧੇ ਤੁਰੇ ਜਾਣੇ ਆ ਕਿਸੇ ਦਾ ਦਰਵਾਜ਼ਾ ਜਰਾ ਖੁੱਲ੍ਹਿਆ ਹੋਵੇ ਸਾਡੀ ਝਾਤ ਦੂਰ ਤੱਕ ਉਹਦੇ ਦਰਵਾਜ਼ੇ 'ਚ ਅੰਦਰ ਦੇਖਣ ਜਾਈਦਾ। ਇਹ ਸਾਡੀ ਮਨੋਬਿਰਤੀ ਇਹੋ ਜਿਹੀ ਬਣ ਗਈ ਹੈ ਕਿ ਅਸੀਂ ਉਸਨੂੰ ਇਗਨੋਰ ਕਰ ਹੀ ਨਹੀਂ ਪਾ ਰਹੇ। ਜੇ ਉਹਦਾ ਦਰਵਾਜ਼ਾ ਖੁੱਲ੍ਹਾ ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਅੰਦਰ ਕਿੱਥੋਂ ਤੱਕ ਕੀ ਨਜ਼ਰ ਆ ਜਾਏ ਸੀ ਸ਼ਾਇਦ ਐਸੀ ਕੋਈ ਗੱਲ ਨਜ਼ਰ ਆਏ ਮੈਂ ਜਾ ਕੇ ਚਰਚਾ ਕਰ ਸਕਾਂ ਅਤੇ ਜੇ ਵਾਕਿਆ ਹੀ ਕਿਤੇ ਨਜ਼ਰ ਆ ਗਈ ਅਤੇ ਸਭ ਤੋਂ ਪਹਿਲਾਂ ਅਸੀਂ ਫਲਾਣੇ ਘਰ ਦੇਖਿਆ ਸੀ ਸਮਾਨ ਪਿਆ ਹੋਇਆ ਅਸੀਂ ਲੋਕਾਂ ਦੇ ਘਰ ਦੇਖਦੇ ਮਹਾਰਾਜ ਕਹਿਣ ਲੱਗੇ ਨਹੀਂ ਆਪਣੇ ਬਾਰੇ ਘਰ ਦਰ ਰਾਖੈਂ ਉਹ ਭਲਿਆ ਤੂੰ ਆਪਣਾ ਘਰ ਬਚਾ ਸਕਦਾ ਹੈ ਆਪਣਾ ਦਰ ਠੀਕ ਕਰ ਸਕਦਾ ਹੈ ਪਰ ਕਦੋਂ ਜੇ ਰਸ ਚਾਖੈਂ ਜੇ ਤੈਨੂੰ ਆਪਣੇ ਘਰੋਂ ਕੋਈ ਰਸ ਆਵੇ। ਸੱਚ ਇਹ ਹੈ ਕਿ ਸਾਨੂੰ ਆਪਣੇ ਹਿਰਦੇ 'ਚੋਂ ਆਪਣੇ ਅੰਦਰੋਂ ਰਸ ਨਹੀਂ ਮਿਲ ਰਿਹਾ ਅਸੀਂ ਤ੍ਰਿਪਤ ਨਹੀਂ ਹੋ ਪਾ ਰਹੇ
इस करके अतृप्त व्यक्ति हमेशा बाहर जाता है, निजी तौर पर, परिवारक तौर पर, सोसाइटीगत तौर पर। जिन्हां व्यक्तियों को किसी प्रकार की भी अतृप्ति अपने मंडल च होंदी है वो बाहर जाते हैं। आ लोग जॉब छड्ड के दूजे थां ते क्यों जाते हैं? उत्थे संतुष्टि नहीं की, हो सकता उन्होंने तनख्वाह घट मिलती हो सकता उन्होंने इज्जत घट मिलती होवे। ये दो चीज़ां वड्डियां होंदियां ने। अतृप्त है मनुख, इस करके दूजे थां जाके तलाश करता है। परिवार क्यों टुटते हैं, लोग बाहर क्यों जाते हैं? घरां दे विच वो चीज़ नहीं है साडे च जो असीं कामना कीती हुई, जो साडी इच्छा डिज़ायर है। साडियां वो डिज़ायर, साडी इच्छावां साडे घर चों पूरीआं नहीं होने। साडे घर दे जी बहुते एक दूजे से सही अर्थां च कोऑपरेट नहीं करते। असीं एक दूजे नूं वरतदे हाँ, तो चाहिए तो कि असीं एक दूजे नूं सहयोग करिए। अब परिवार जिन्होंने असीं विवाह कहने हैं, कोई कंपटीशन नहीं है, कोई कंपीटीटर नहीं है, बल्कि असीं मिल के कंपलीट होंदे हाँ। एक अंग्रेज फिलासफर की बड़ी गहरी गल है कि मैरिज नॉट ए कंपीटीटर। तुसीं विवाह तो बाद एक दूजे के कंपीटीटर नहीं हो, बल्कि विवाह तो बाद तुसीं जाके कंपलीट होना है। तुसीं कंपलीट घर बनाना है, कंपलीट फैमिली बनानी है, कंपलीट मनुख बनना है। तो तां दी होवांगे जे एक दूजे नूं सहयोग करांगे। अपना घर बचा सकते हो, अपने दरवाजे की राखी कर सकते हो, पर पता कदों? जे तुहानूं अपने घरों रस मिलता है, जे तुहानूं अपने घरों आनंद मिलता तद। तो जे तुहानूं अपने घरों आनंद नहीं मिलता तो तुसीं घरों बाहर जरूर जाओगे। ये मनोविज्ञान का पक्ष है। महाराज कहने लगे, क्योंकि हिरदे घर की आपां इत्थे गल करते हैं, संसार परिवार की नहीं। परिवारक सूत्र ही काम करता है। असीं हिरदे घर विच कदे रस माणिया नहीं, इस करके कदे हिरदे का ध्यान नहीं तर पाए। असीं ध्यान कोशिश करते हैं सन बाहरों रस मिले, आनंद मिले, बाहरों मिले, गुरबाणी का रस भी बाहरों मिले। नहीं, सानू अपने हिरदे चो रस तलाशना पैना है, क्योंकि ये रस साडे हिरदे च गुरु करते ने पा के दिता है। सानू दसिया क्या है कि घट मैं घर अमृत ते घट माही जियो दसिया गया है। पर वो जो घट दे हिरदे विच अमृत है, उसनूं प्राप्त करने वास्ते सानू यतन करना पैना है, मशक्कत करनी पैनी है। वो सानू उत्थे पहुँचना पैना जिथे साडे हिरदे विच रस है। अब पुराने बजुर्गों नूं पता होवेगा, कई बार लोगों के पुराने खूह जो सदियां पुराने होंदे, समय की गर्दिश के नाल उन्हां ते मिट्टी घट्टा पै जांदा, कूड़ा पै जांदा, लोग खूह की वरतों करनी बंद कर दिंदे। समा फिर बदलदा, फिर आबादियां किते नेड़े आउंदियां, ते फिर उत्थे लोकां नूं खूह की तलाश हुंदी, ते फिर सियाणे उत्थे ओढे हुंदे। एक पुराना शब्द सी ओढा, जो खोजी कह सकते हैं अज उन्हां नूं, जो एक्सपर्ट ने धरती दे। पुराना शब्द सी ओढा, जिहड़े तलाश करके दस के जमीन ते ठकोर के दस दिंदे सन, इत्थे पानी होएगा, पुट के देखो। फिर उन्होंने लोग लभदे, भाई बाबा तुसीं ते ओढे हो, तुसीं साडे नगर चलो, दसो खूह कित्थे पुट्टीए। फिर वो आला दुआला देखदे, कदम कदम नापदे, ठकोरदे, ते नाप तोल करके सूच विचार करके कहंदे इत्थे जो पुट के देखो, मैनूं अंदाज़ा लगदा इत्थे पानी मिलेगा। लोग पुटदे, वाकिया उत्थों पानी मिल जाता। इवें ही साडे हिरदियां दे विच भी सब कुछ हैगा है, पर की समय की गर्दिश ते ना उत्ते मिट्टी बहुत पै गई है। ये मिट्टी पुट्टनी पैनी आ। तो बस जो सियाणे व्यक्ति किसी गुरमुख की तलाश करांगे, सत्संगत च बैठांगे, अपने कर्मां नूं साफ करांगे। सानूं कहना बंदे खोज दिल, हर रोज़ थोड़ा जिहा अपने बारे रोज़ सोच लिया करिए, भला मेरी किहड़ी वड्डी गलती है। जदों अपने बारे देखांगे, अपनी वड्डी गलती के बारे हौली हौली एहसास हो जाएगा, मेरी माड़ी आदत किहड़ी है। जिहड़ा अपना क्लोज सर्कल है, असीं दुनिया बारे चर्चावां करते रहने आ, ਉਹਦੇ ਵਿੱਚ ਇਹ ਚਰਚਾ ਕਰਿਆ ਕਰੀ, ਭਾਈ ਫਰੈਂਡਸ ਜਿਹੜੇ ਦੋ ਚਾਰ ਸੱਜਣ ਮਿੱਤਰ ਹੋਣ, ਇੱਕ ਦੂਜੇ ਨੂੰ ਦੱਸੋ ਤੇਰੀ ਭਾਈ ਸਭ ਤੋਂ ਵੱਡੀ ਗਲਤੀ ਕਿਹੜੀ ਆ, ਤੇਰੀ ਸਭ ਤੋਂ ਮਾੜੀ ਆਦਤ ਕਿਹੜੀ ਆ, ਤੇ ਫਿਰ ਇੱਕ ਦੂਜੇ ਨੂੰ ਕੋਆਪਰੇਟ ਕਰਕੇ ਉਹਦੀ ਮਾੜੀ ਆਦਤ ਛੁਡਾ ਦਈਏ ਤੇ ਆਪਣੀ ਮਾੜੀ ਆਦਤ ਛੱਡ ਦਈਏ। ਮਹਾਰਾਜ ਕਹਿੰਦੇ ਕਿ ਘਰ ਦਰ ਰੱਖ ਹੈ, ਘਰ ਤੇ ਦਰ ਰਹਿ ਸਕਦਾ ਹੈ, ਬਚ ਸਕਦਾ ਹੈ, ਪਰ ਕੀ ਹੈ ਜੇ ਰਸ ਚੱਖ ਹੈ, ਜੇ ਤੈਨੂੰ ਇੱਥੋਂ ਰਸ ਮਿਲੇ, ਆਨੰਦ ਮਿਲੇ। सानू कलियां बैठ के बाणी पढ़दे आनंद आना चाहिए। समूह में हुंदा, आपां सारे कहने ना, जदों संगत विच पाठ करीदा तो आनंद बनता है, संगत विच बैठ के आपां कीर्तन सुनने तो आनंद बनता है, पर यह आनंद सानू निज विच भी आना चाहिए।
ये आनंद सानू कल्ले बैठ के बाणी पढ़दे भी होना चाहिए, सगों कई बार बहुता होना चाहिए, क्योंकि इत्थे तो फिर भी किसी की बोल बाणी सानू डिस्टरबेंस पैदा हो सकती है, किसी के उठन करके बैठन करके। समय की पाबंदी इत्थे समूह के मुताबिक है, पर अपने ते किते करके देखिए रस मिले, पर इत्थे पहुँचीए। महाराज ने घर दा राखें जे रस चाखें, किवें मिलेगा? कह लगे जो गुरमुख सेवक लागा। उन्होंने अपना हिरदा घर बचा लिया, उन्हें अपने दर बचा लए, जिहड़े गुरमुख बन गए। तो गुरमुख करके केवल नहीं कि हुण ज्ञानी बन गए, नहीं, सेवक गुरमुख बने फिर सेवक बने। बड़ा प्यारा शब्द है सिख सेवक, ये दोनों कट्ठे शब्द ना, सिख सेवक। सिख बनता है, सेवक बनता है, सेवक ही सिख बनता है। ये दोनों एक दूजे के पूरक ने, सिख होवे सेवक होवे, सेवक होवे ते सिख होवे। बहुत थां तो ऐसा देखिए जो सेवक ने वो सिख नहीं गए, बहुत थावां तो ऐसा देखिया सेवा करते हैं पर धर्म कोई उन्होंने होर है, सिखी किसी होर दी है, सेवा करते हैं नहीं। सिख ते सेवक जदों एक धारा च आ जाएंगे, सिख ते सेवक एक धागे ना बच जाएगा, तो फिर अगली गल बन सकती। गुरुदेव कृपा करन असीं सेवक हाँ, असीं सिख हाँ, दोनों बन जाइए। असीं सिख बन जाइए, असीं सेवक बन जाइए, गुरमुख बन जाइए। जदों सिख सेवक बन जावांगे, घर दा राखें जे रस चाखें, जो गुरमुख सेवक लागा। इस करके मन रहे समझ कवन मत लागा, मना इस गल नूं समझ तू विचार कर। गुरुदेव कृपा करन असीं गल्लां समझ सकीए कि असीं किहड़े राहे पै गए। जो एक तां बचन है ना, मन रे कौन कुमत तैली नहीं, इत्थे कह के मन रे समझ कवन मत लागा, तू किहड़े पासे तुर पे। और यतन कर सके सी अपने आप को वापस लिया के ठहरा सकीए गुरु की मत ते, ताकि साडा हिरदे रूपी घर बच सके। इतने को बचन प्रवान करना भुल चुक दी खिमा। एक बार फिर समूह संगतन सतगुरु हर राय साहब जी की पावन प्रकाश पुरब की लख लख बधाई जी। वाहिगुरु जी का खालसा, वाहिगुरु जी की फतेह।